बिस्मिल्लाहिर्रहमानिर्रहीम बिस्मिल्लाहिर्रहमानिर्रहीम। सूरह बुरूज है जी, ये पारा 30 है और इसमें 22 आयात है और एक रुकू है। अल्लाह ही के नाम से शुरू करता हूँ जो निहायत रहम फरमाने वाला बहुत मेहरबान है। बुर्जों वाले आसमान की कसम बुर्जों वाले आसमान की कसम आसमान ਨੂੰ ਯਾਨੀ ਜ਼ਾਤੁਲ ਬੁਰੂਜ ਕਹਿ ਗਏ ਜਾ ਜਾ ਸਰ ਹੁਣ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜੇ ਬੁਰਜ ਨੇ ਇਹ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਜਿਸ ਤਰ੍ਹਾਂ ਇੱਕ ਬੁਰਜ ਖਲੀਫਾ ਹੈ ਜਾਂ ਇਸ ਤਰ੍ਹਾਂ ਕੋਈ ਟਾਵਰ ਟਾਈਪ ਹੈ ਟਾਵਰ ਜਾਂ ਇਹ ਹੋਲ ਦਰਵਾਜ਼ੇ ਨੇ ਸਿਮਿਲਰ ਨਾ ਇਹਨੂੰ ਤੁਸੀਂ ਦਰਵਾਜ਼ਾ ਕਹੋਗੇ ਜਾਂ ਇਹਨੂੰ ਦਰਵਾਜ਼ਾ ਨਹੀਂ ਟਾਵਰ ਮਤਲਬ ਮੀਨਾਰ ਲੇਕਿਨ ਇਹ ਵੀ ਇਹ ਜ਼ਮੀਨ ਦੇ ਜਿਹੜੇ ਨੇ ਨਾ ਉਹਨਾਂ ਦੇ ਬਾਰੇ ਤੁਸੀਂ ਗੱਲ ਕਰ ਰਹੇ ਇਹ ਆਸਮਾਨ ਦੇ ਜ਼ਾਤਿਲ ਬੁਰੂਜ ਵਸਮਾ ਕਿਹਾ ਜਾ ਰਿਹਾ ਨਾ ਇਹ ਆਸਮਾਨ ਦੇ ਵਿੱਚ ਬੁਰਜ ਨੇ ਆਸਮਾਨ ਦੇ ਬੁਰਜ ਤੁਸੀਂ ਸੁਣਿਆ ਹੋਣਾ 12 ਬੁਰਜ ਤੇ ਉਹ ਜੀ ਉਹ ਵੀ ਹੁੰਦਾ ਬੁਰਜ ਜੀ ਉਹ ਵੀ ਬੁਰਜ ਉਹਨੂੰ ਵੀ ਬੁਰਜ ਕਹਿੰਦੇ ਬੁਰਜ 12 ਹੁੰਦਾ ਤੇ ਉਹਦੇ ਚ ਤੁਸੀਂ ਦੇਖਿਆ ਹੋਣਾ ਅਸਦ ਤੇ ਲੀਓ ਜੀ ਉਹ ਜਿਹੜੇ ਬੁਰਜ ਨੇ ਉਹਨਾਂ ਦੀ ਗੱਲ ਹੋ ਰਹੀ ਹੈ ਠੀਕ ਹੈ ਤੁਸੀਂ ਉਹ ਤੇ ਦੇਖਿਆ ਹੀ ਹੋਣਾ ਜੀ ਉਹ ਦੇਖੇ ਅੱਛਾ ਬਿਲਕੁਲ ਤੇ ਇੱਥੇ ਇਹਦੇ ਚ ਬਜਾਏ ਦੇ ਡਿਟੇਲ ਦੱਸੀ ਹੈ ਨਾ ਸਿੰਪਲ ਇਹ ਕਿਹਾ ਜਾਏ ਵੀ ਆਸਮਾਨ ਉਹ ਆਸਮਾਨ ਜਿਹਦੇ ਵਿੱਚ ਬੁਰਜ ਨੇ बुर्ज वाले आसमान की कसम उस दिन की कसम जिसका वादा किया हुआ है और हाजिर की कसम और जिसको हाजिर किया जाएगा खंदकों वाले हिला किए जाएंगे भड़कती हुई आग वाले जब वो उनके किनारे बैठे थे वो मोमिनों के साथ जो कुछ कर रहे थे उसका मुशाहिदा कर रहे थे और इनको इन मोमिनों की सिर्फ ये बात नागवार गुजरी कि वो अल्लाह पर ईमान लाए जो गालिब हमद किया हुआ है जिसकी आसमानों और ज़मीनों में हुकूमत है और अल्लाह हर चीज़ पर निगहबान है। ਇਹ ਹੁਣ ਇੱਕ ਵਾਕਿਆ ਦਾ ਜ਼ਿਕਰ ਹੈ ਠੀਕ ਹੈ ਸਹਾਬੁਲ ਉਖਦੂਦ ਉਹਨਾਂ ਨੂੰ ਕਹਿੰਦੇ ਨੇ ਠੀਕ ਹੈ ਮੇਰੇ ਨਾਲ ਐਕਸਪਲੇਨ ਤੁਸੀਂ ਗੱਲ ਕਰੋ ਪੜਿਆ ਜਾ ਰਿਹਾ ਤੁਹਾਨੂੰ ਸਾਊਦੀ ਅਰਬ ਦਾ ਜਿਹੜਾ ਨਾ ਸਦਰਨ ਪੋਰਸ਼ਨ ਉਹ ਨਜਰਾਨ ਵਗੈਰਾ ਠੀਕ ਹੈ ਉੱਥੇ ਦੇ ਈਸਾਈ ਜਿਹੜੇ ਸਨ ਈਸਾਈ ਨਾਨ ਮੁਸਲਿਮ ਸਨ ਤੇ ਉਹਨਾਂ ਨੇ ਜਿਹੜੇ ਮੁਸਲਮਾਨ ਮਤਲਬ ਬੰਦੇ ਸੀ ਨਾ ਬਾਦਸ਼ਾਹ ਉੱਥੇ ਦਾ ਇੱਕ ਸੀ ਤੇ ਉਹਨੇ ਨਾ ਬੰਦਿਆਂ ਜ਼ਿੰਦਿਆਂ ਨੂੰ ਜਲਾਇਆ ਸੀ ਠੀਕ ਹੈ ਹਾਂ ਖੜੇ ਕੱਢ ਗਏ ਉਹਨਾਂ ਜੱਗ ਜਲਾ ਕੇ ਉਹਨਾਂ ਨੂੰ ਵੀ ਸੱਟ ਦਿੱਤਾ ਫਿਰ ਉਹ ਨਾਲ ਉਹਨੂੰ ਦੇਖ ਰਹੇ ਸਨ ਜਿਸ ਤਰ੍ਹਾਂ ਉਹ ਬੰਦਾ ਕੋਈ ਮੈਚ ਵਗੈਰਾ ਨਹੀਂ ਦੇਖ ਰਿਹਾ ਹਾਂ ਬੜੀ ਤਮਾਸ਼ੇ ਨਾਲ ਕਿ ਕਿਸ ਤਰ੍ਹਾਂ ਮਰਦੇ ਨੇ ਕਿਸ ਤਰ੍ਹਾਂ ਚੀਖੋ ਪੁਕਾਰ ਕਰਨਗੇ ਤੇ ਵਹੀ ਉਹਨਾਂ ਦਾ ਇੱਕੋ ਹੀ ਗੁਨਾਹ ਸੀ ਵੀ ਉਹਨਾਂ ਨੇ ਅੱਲਾਹ ਤੇ ਈਮਾਨ ਲਿਆਂਦਾ ਉਹਨੇ ਔਰ ਇਹਨਾਂ ਲੋਕਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਅੱਗ ਦਾ ਅਜ਼ਾਬ ਦਿੱਤਾ ਔਰ ਹੁਣ ਉਹਨਾਂ ਦਾ ਟਾਈਮ ਆ ਗਿਆ ਨਹੀਂ ਹੁਣ ਆ ਬਿਲਕੁਲ ਦੇਖੋ ਕਿਆਮਤ ਵਾਲੇ ਦਿਨ ਉਹਨਾਂ ਦਾ ਟਾਈਮ ਆ ਗਿਆ ਨਾ ਜਿਹੜੇ ਉਸ ਵਕਤ ਤਮਾਸ਼ਾ ਇਨਸਾਨਾਂ ਨੂੰ ਜਲਾ ਕੇ ਤਮਾਸ਼ਾ ਦੇਖ ਰਹੇ ਸੀ ਅੱਜ ਉਹਨਾਂ ਦਾ ਇੱਕ ਮੁਸ਼ਕਲ ਟਾਈਮ ਹੁਣ ਅੱਜ ਉਹਨਾਂ ਦਾ ਸ਼ੁਰੂ ਹੋ ਜਾਏਗਾ ਅੱਜ ਉਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਜਲਾਇਆ ਜਾਏਗਾ ठीक है जी। बेशक जिन लोगों ने मोमन मर्दों और मोमन औरतों को आग की मुसीबत में डाला फिर उन्होंने तौबा नहीं की उनके लिए दोज़ख का आम अजाब और खुसूसन जलने का अजाब है। बेशक जो लोग ईमान लाए और उन्होंने नेक काम किए उनके लिए ऐसी जन्नतें हैं जिनके नीचे से दरिया जारी हैं और ये बहुत बड़ी कामयाबी है। बेशक आपके रब की गिरफ्त बहुत सख्त है। बेशक वही इब्तदान पैदा करता है इनके शुरू भी स्टार्ट भी वही पैदा करता है और वही दोबारा पैदा करेगा। वही बहुत बख्शने वाला और बहुत दोस्त रखने वाला है अजमत वाले अर्श का मालिक है। जिस काम का इरादा करे उसको करने वाला है। क्या आपके पास लश्करों की खबर पहुंची फिरौन और समूद की बल्कि कुफार तकजीब के दरपे हैं और अल्लाह इनका हर तरफ से इहाता करने वाला है। बल्कि कुरान बहुत अजमत वाला है लोहे महफूज में मकतूब है। इसका मतलब है कि अल्लाह ताला फरमा रहे हैं कि जेड़े बड़े बड़े काफर बड़े बड़े ताकतवर बादशाह जिन्होंने अपनी ताकत के नशे च अपनी दौलत के नशे च खुदाई दावे किए इंसानों पर जुल्म किए उन्होंने गुलाम बनाया बल्कि खुद खुदा बन बैठे कि मनु सजदा करो मैं खुदा वा है इंसान सन लेकिन ताकत और पैसे का नशा जो उन्होंने दिमाग च इतनी खमारी चढ़ी पैसे की उन्होंने खुद को खुदा बना लिया। इंसानों क्या मनु सजदे करो फिरौन की गल कर रहे हैं नमरूद की गल कर रहे हैं और उन्होंने इंसानों पर जुल्म किए इंसान को इंसान नहीं समझा और उन्होंने जुल्म किए और कुफर किया। और जदों अल्लाह ताला दे नेक नबी इन्हां काफर बादशाहां कोल या इन्हां जालमां कोल
ਹਰ ਦੌਰ 'ਚ ਕੋਈ ਨਾ ਕੋਈ ਕਾਫਰ ਬਾਦਸ਼ਾਹ, ਕੋਈ ਫਿਰੌਨ, ਕੋਈ ਨਮਰੂਦ ਜ਼ਰੂਰ ਗੁਜ਼ਰਿਆ ਹੈ। ਔਰ ਜਦੋਂ ਵੀ ਅੱਲਾਹ ਤਾਲਾ ਨੇ ਉਹਨਾਂ ਕੋਲ ਆਪਣਾ ਨਬੀ ਭੇਜਿਆ ਹਦਾਇਤ ਵਾਸਤੇ, ਉਹਨਾਂ ਨੂੰ ਅੱਲਾਹ ਤਾਲਾ ਦੀ ਤਰਫ ਬੁਲਾਇਆ ਕਿ ਯਾਰ ਅੱਲਾਹ ਤਾਲਾ ਦੇ ਸਿੱਧੇ ਦੀਨ ਦੀ ਤਰਫ ਆ ਜਾਓ, ਤਾਂ ਉਹਨਾਂ ਬਾਦਸ਼ਾਹ ਨੇ ਕੀ ਕੀਤਾ, ਆਪਣੇ ਗਰੂਰ ਔਰ ਤਕੱਬਰ ਵਿੱਚ ਉਹਨਾਂ ਨਬੀਆਂ ਕੁਝਾਂ ਦੀ ਇਨਸਲਟ ਕੀਤੀ, ਬੇਇੱਜ਼ਤ ਕੀਤਾ ਔਰ ਕੁਝਾਂ ਨੂੰ ਕਤਲ ਕਰ ਦਿੱਤਾ। ਬਨੀ ਇਸਰਾਈਲ ਦੇ ਨਬੀਆਂ ਦੀ ਗੱਲ ਕਰ ਰਿਹਾ ਨਾ। ਇੱਥੇ ਅੱਲਾਹ ਤਾਲਾ ਨੇ ਹਲਕਾ ਜਿਹਾ ਇਸ਼ਾਰਾ ਕਰਾਇਆ ਹੈ, ਮੈਂ ਤਾਂ ਥੋੜਾ ਜਿਹਾ ਬਿਆਨ ਕਰ ਦਿੱਤਾ ਹੈ। ਹਾਂ, ਵੱਲਾਹੁ ਮਿਨ ਵਰਾਇਹਿਮ ਮੁਹੀਤ, ਇਹਦਾ ਮਤਲਬ है भी अल्लाह पाक ने उन्होंने घेरिया होया है, अहाता करने वाला है, और अल्लाह उनका हर तरफ से अहाता करने वाला है, समझ लैनो सानू पुछण वाला कोई नहीं है। बिल्कुल अल्लाह ताला उन्होंने काबू कीते और बिल्कुल अल्लाह ताला दे कोल हाजिर होणगे और अपने एक जुल्म दा जवाब देणगे, हिसाब देणगे। बहुत अजमत वाला और लोहे महफूज में मकतूब है। इसदा मतलब है कि कुरान पाक जिहड़ा है ये मुकम्मल जिहड़ा लोहे महफूज विच लिखे है और उस लोहे महफूज चो भी टुकड़े टुकड़े करके जिब्राइल अलैहिस्सलाम जिहड़े ने अपने प्यारे नबी हज़रत मुहम्मद सल्लल्लाहु अलैहि वसल्लम साडे जिहड़े प्यारे आका उन्हां कोल लैके आउंदे ने 23 सालां दे अंदर अंदर 22 साल 6 माह 8 दिन कमो बेश 23 साल दे अंदर अंदर कुरान पाक जिहड़ा है लोहे महफूज तो थोड़ा थोड़ा कि हज़रत मुहम्मद सल्लल्लाहु अलैहि वसल्लम ते नाज़िल होया पहली दफा ये लफ्ज़ है कुरान पाक दी लोहे महफूज, या लोहे महफूज दा जिक्र हो रहा है जी। ये चीज़ जिहड़ी लोहे महफूज है ਤੇ ਤੁਸੀਂ ਹੁਣ ਦੇਖਿਆ ਹੋਣਾ ਆਮ ਬੰਦੇ ਹੋ ਜਿਹੜੇ ਕਹਿੰਦੇ ਨੇ ਤੁਹਾਡੇ ਬੱਚਾ ਨਹੀਂ ਹੋ ਰਿਹਾ ਤਾਂ ਮੈਂ ਲਹੂ ਮਹਿਫੂਜ਼ में नज़र मारांगा तो तुम ਦੱਸ ਦਿਆਂਗਾ ਤੇ ਉਹ ਤੇ ਫਿਰ ਦੇਖੇ ਉਹ ਲਹੂ ਮਹਿਫੂਜ਼ की जो चीज़ ਹੁੰਦੀ है यानी वो हकीकत नहीं ਹੁੰਦੀ जी जी बिल्कुल वो गलत बयानी कर रहे होंगे। बिल्कुल जनाब सूरत का इख्तिताम होया। नैक्सट इंशाअल्लाह ताला हुण असीं नैक्सट सूरत का तर्जमा पढ़ांगे। बिल्कुल जनाब तुसीं साडे नाल रहना है इंशाअल्लाह ताला। इसे तरीके नाल ही असीं कुरान पाक नूं सिखांगे समझांगे और तुसीं अपनी राय का इजहार जरूर करो।